ਸੂਹੇ ਲਾਲ ਰੰਗ ਦੇ ਜੋੜੇ ਵਿੱਚ ਘੁੰਡ ਕੱਢੀ ਆਪਣੇ ਮਾਹੀ ਦਾ ਇੰਤਜ਼ਾਰ ਕਰਦੀ ਸ਼ੱਬੋ ਦਿਲ ਵਿੱਚ ਉਮੜ ਰਹੇ ਤੂਫਾਨ ਨੂੰ ਲੈ ਕੇ ਬੈਠੀ ਸੀ। ਪੋਹ ਦੇ ਮਹੀਨੇ ਵਿੱਚ ਵੀ ਉਸਦੇ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ਤੇ ਪਸੀਨਾ ਆ ਰਿਹਾ ਸੀ। ਉਹ ਆਪਣੇ ਨਾਖੂਨ ਵਾਰ-ਵਾਰ ਆਪਣੇ ਮੂੰਹ ਨਾਲ ਟੁੱਕ ਲੈਂਦੀ ਸੀ, ਫਿਰ ਦਰਵਾਜ਼ੇ ਵੱਲ ਦੇਖ ਲੈਂਦੀ। ਉਸ ਤੋਂ ਪਹਿਲਾਂ ਘਰ ਦੀਆਂ ਸਾਰੀਆਂ ਔਰਤਾਂ ਉਸਨੂੰ ਤਿਆਰ ਕਰਨ ਵਿੱਚ ਲੱਗੀਆਂ ਸੀ। ਕਿਸੇ ਨੇ ਤਨੋਂ ਤਿਆਰ ਕੀਤਾ ਤੇ ਕਿਸੇ ਨੇ ਮਨੋਂ। ਉਸਦੀ ਇੱਕ ਨਨਾਣ ਸੀ, ਪ੍ਰੀਤੀ, ਜਿਸ ਨੂੰ ਭਾਬੀ ਦੇ ਆਉਣ ਦਾ ਬਹੁਤ ਚਾਅ ਸੀ। ਉਸਨੇ ਪਾਰਲਰ ਦਾ ਕੰਮ ਸਿੱਖਿਆ ਹੋਇਆ ਸੀ। ਆਪਣੀ ਪਰੀਆਂ ਵਰਗੀ ਭਾਬੋ ਨੂੰ ਉਸਨੇ ਹੋਰ 4 ਚੰਨ ਲਗਾ ਦਿੱਤੇ ਸੀ। ਉਸਨੇ ਮੇਕਅਪ ਇਸ ਤਰ੍ਹਾਂ ਕੀਤਾ ਸੀ ਕਿ ਜ਼ਿਆਦਾ ਨਾ ਲੱਗੇ, ਬਸ ਉਸਦੀ ਭਾਬੀ ਨੂੰ ਵੀਰਾ ਦੇਖੇ ਤੇ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਜਾਣ। ਸ਼ੱਬੋ ਦੀ ਜਠਾਣੀ ਕਸ਼ਕ ਸੀ। ਉਸਨੇ ਸ਼ੱਬੋ ਨੂੰ ਮਨੋਂ ਤਿਆਰ ਕੀਤਾ। ਪਹਿਲੀ ਰਾਤ ਵਿੱਚ ਜੋ ਹੁੰਦਾ ਸਭ ਦੱਸਿਆ ਅਤੇ ਨਾ ਡਰਨ ਲਈ ਕਿਹਾ। ਹਰ ਇੱਕ ਗੱਲ ਬਹੁਤ ਪਿਆਰ ਨਾਲ ਸਮਝਾ ਦਿੱਤੀ ਸੀ ਕਿ ਕਿਵੇਂ ਦੁੱਧ ਦਾ ਗਿਲਾਸ ਦੇਣਾ ਹੈ, ਕਿਵੇਂ ਪਿਆਰ ਦਾ ਜਵਾਬ ਪਿਆਰ ਨਾਲ ਦੇਣਾ ਹੈ, ਪਤੀ ਪਰਮੇਸ਼ਵਰ ਨੂੰ ਕਿਵੇਂ ਖੁਸ਼ ਕਰਨਾ ਹੈ। ਘਰ ਦੀਆਂ ਬਜ਼ੁਰਗ ਔਰਤਾਂ ਨੇ ਆਪਣੇ ਕਾਰ ਵਿਹਾਰ ਕੀਤੇ ਅਤੇ ਘਰ ਵਿੱਚ ਜਵਾਨ ਕੁੜੀਆਂ ਨੇ ਪਹਿਲਾਂ ਤੋਂ ਕਮਰੇ ਨੂੰ ਇਸ ਤਰ੍ਹਾਂ ਸਜਾ ਰੱਖਿਆ ਸੀ ਜਿਵੇਂ ਇੰਦਰ ਦਾ ਸਿੰਘਾਸਨ ਹੋਵੇ। ਗੁਲਾਬ ਦੇ ਫੁੱਲਾਂ ਦੀ ਸੇਜ ਤਿਆਰ ਕੀਤੀ ਗਈ ਸੀ। ਸ਼ੱਬੋ ਜਦੋਂ ਦੀ ਇੱਥੇ ਆਈ ਸੀ, ਸਭ ਉਸਦੇ ਆਲੇ ਦੁਆਲੇ ਸੀ। ਉਸਨੂੰ ਖੁਸ਼ੀ ਦੇਣ ਦੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਤੇ ਉਹ ਖੁਸ਼ ਵੀ ਹੋ ਰਹੀ ਸੀ। ਹੁਣ ਥੋੜਾ ਅਜੀਬ ਲੱਗ ਰਿਹਾ ਸੀ ਕਿ ਹੁਣ ਇਕੱਲੀ ਬੈਠੀ ਹੈ। ਦੂਜਾ ਉਸਨੂੰ ਡਰ ਸੀ ਕਿ ਉਹ ਆਪਣੇ ਪਤੀ ਦੇ ਮਨ ਨੂੰ ਕਿਵੇਂ ਪੜ੍ਹੇਗੀ, ਉਸ ਦੀਆਂ ਉਮੀਦਾਂ ਤੇ ਖਰੀ ਕਿਵੇਂ ਉਤਰੇਗੀ। ਦਰਵਾਜ਼ਾ ਢੋਇਆ ਹੋਇਆ ਸੀ, ਅੰਦਰ ਹੀਟਰ ਲੱਗਿਆ ਸੀ, ਤਾਂ ਕਰਕੇ ਠੰਡ ਮਹਿਸੂਸ ਨਹੀਂ ਹੋ ਰਹੀ ਸੀ। ਸ਼ੱਬੋ ਦੀ ਨਿਗਾਹ ਦਰਵਾਜ਼ੇ ਵੱਲ ਸੀ। ਉਸਨੇ ਆਪਣੇ ਆਪ ਨੂੰ ਘੁੰਡ ਵਿੱਚ ਰੱਖਿਆ ਸੀ, ਤਾਂ ਕਰਕੇ ਸਹੀ ਤਾਂ ਨਹੀਂ ਦਿਖਦਾ ਸੀ, ਫਿਰ ਵੀ ਇੰਨਾ ਤਾਂ ਦਿਖ ਰਿਹਾ ਸੀ ਕਿ ਉਹਨੂੰ ਆਪਣੇ ਪਤੀ ਦਿਖ ਜਾਣ। ਉਸ ਦਾ ਧਿਆਨ ਸਿਰਫ ਆਪਣੀ ਆਉਣ ਵਾਲੀ ਸਮੇਂ ਤੇ ਸੀ ਕਿ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਸੁਣਾਈ ਦਿੱਤੀ। ਉਹ ਠੀਕ ਹੋ ਕੇ ਬੈਠ ਗਈ, ਅੱਖਾਂ ਬੰਦ ਕਰ ਲਈਆਂ ਸੀ। ਉਸਨੂੰ ਲੱਗਿਆ ਕਿ ਉਹ ਆ ਗਿਆ ਜਿਸ ਦਾ ਇੰਤਜ਼ਾਰ 22 ਸਾਲ ਤੋਂ ਕਰ ਰਹੀ ਸੀ। ਉਹ ਅੱਖਾਂ ਬੰਦ ਕਰਕੇ ਉਸਦੀ ਪਹਿਲੀ ਛੂਹ ਦਾ ਇੰਤਜ਼ਾਰ ਕਰਨ ਲੱਗੀ, ਪਰ ਦਰਵਾਜ਼ੇ ਦੀ ਆਵਾਜ਼ ਆਈ ਨੂੰ ਕਾਫੀ ਸਮਾਂ ਹੋ ਗਿਆ ਸੀ। ਹਜੇ ਤੱਕ ਨਾ ਤਾਂ ਕਿਸੇ ਨੇ ਖੰਗੂਰਾ ਮਾਰਿਆ ਤੇ ਨਾ ਪਿਆਰ ਨਾਲ ਉਸਦਾ ਘੁੰਡ ਉੱਪਰ ਚੁੱਕਿਆ। ਉਸਨੇ ਦੱਬੀ ਅੱਖ ਨਾਲ ਉੱਪਰ ਵੱਲ ਵੇਖਿਆ, ਪਰ ਉਸਨੂੰ ਕੋਈ ਨਹੀਂ ਦਿਖਿਆ। ਬਸ ਦਰਵਾਜ਼ੇ ਵਿੱਚੋਂ ਹਲਕੀ ਰੋਸ਼ਨੀ ਨਜ਼ਰ ਆ ਰਹੀ ਸੀ। ਦਰਵਾਜ਼ਾ ਅੱਧੇ ਨਾਲੋਂ ਜ਼ਿਆਦਾ ਖੁੱਲਿਆ ਸੀ। ਸ਼ੱਬੋ ਨੇ ਆਪਣੀ ਗਰਦਨ ਨੂੰ ਚਾਰੇ ਪਾਸੇ ਵੱਲ ਘੁਮਾਇਆ, ਪਰ ਕੋਈ ਨਹੀਂ ਸੀ। ਉਸਨੂੰ ਲੱਗਿਆ ਸ਼ਾਇਦ ਹਵਾ ਨਾਲ ਖੁੱਲਿਆ ਹੋਵੇ। ਉਹ ਫਿਰ ਤੋਂ ਉਹੀ ਸੋਚਾਂ ਵਿੱਚ ਬੈਠ ਗਈ। ਸਮਾਂ ਕਾਫੀ ਹੋ ਗਿਆ ਸੀ। ਉਸਦੀ ਇੰਤਜ਼ਾਰ ਕਰਨ ਦੀ ਹੱਦ ਹੁਣ ਖਤਮ ਹੁੰਦੀ ਜਾ ਰਹੀ ਸੀ। ਉਹ ਮਨ ਹੀ ਮਨ ਵਿੱਚ ਸੋਚ ਰਹੀ ਸੀ ਕਿ ਉਹ ਆਪਣੇ ਪਤੀ ਨਾਲੋਂ ਗੁੱਸੇ ਹੋਵੇਗੀ ਕਿ ਅੱਜ ਵੀ ਇੰਨਾ ਇੰਤਜ਼ਾਰ ਕਰਵਾਇਆ। ਉਹ ਸੋਚ ਰਹੀ ਸੀ ਕਿ ਉਸ ਨੂੰ ਨੇੜੇ ਨਹੀਂ ਆਉਣ ਦੇਣਾ। ਉਹ ਹੱਥ ਜੋੜ ਕੇ ਮਾਫੀ ਮੰਗੇਗਾ ਤਾਂ ਵੀ ਉਹ ਨਖਰੇ ਦਿਖਾਏਗੀ। ਅੱਜ ਦੀ ਰਾਤ ਤਾਂ ਉਹ ਕੁਝ ਵੀ ਕਰ ਸਕਦੀ ਹੈ। ਇਹ ਸੋਚ ਕੇ ਹੱਸ ਰਹੀ ਸੀ ਕਿ ਕਿਸੇ ਨੇ ਦਰਵਾਜ਼ਾ ਦੁਬਾਰਾ ਤੋਂ ਬੰਦ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਪਤਾ ਨਹੀਂ ਇਹਨੂੰ ਕਦੋਂ ਅਕਲ ਆਵੇਗੀ। ਵਿਆਹ ਹੋ ਗਿਆ ਤੇ ਅੰਦਰੋਂ ਦਰਵਾਜ਼ਾ ਹੀ ਨਹੀਂ ਬੰਦ ਕੀਤਾ ਤੇ ਬਾਹਰ ਤੋਂ ਕੁੰਡਾ ਲੱਗਣ ਦੀ ਆਵਾਜ਼ ਵੀ ਸੁਣਾਈ ਦੇਣ ਲੱਗੀ। ਹੁਣ ਸ਼ੱਬੋ ਡਰ ਗਈ ਕਿ ਉਹ ਤਾਂ ਅੰਦਰ ਆਏ ਹੀ ਨਹੀਂ ਤੇ ਬਾਹਰ ਵਾਲੇ ਸਮਝ ਰਹੇ ਹਨ ਕਿ ਉਹ ਅੰਦਰ ਹਨ। ਮੇਰੇ ਨਾਲ ਕੋਈ ਮਜ਼ਾਕ ਤਾਂ ਨਹੀਂ ਕਰ ਰਿਹਾ। ਉਸਨੇ ਬੈੱਡ ਤੋਂ ਥੱਲੇ ਉਤਰ ਕੇ ਦੇਖਿਆ ਤਾਂ ਉੱਥੇ ਕੋਈ ਨਹੀਂ ਸੀ। ਅਲਮਾਰੀ ਦੇ ਪਿੱਛੇ, ਬੈੱਡ ਦੇ ਥੱਲੇ, ਸਭ ਪਾਸੇ ਉਸਨੇ ਦੇਖਿਆ, ਕੋਈ ਨਹੀਂ ਸੀ। ਉਹ ਹੈਰਾਨ ਸੀ, ਘਰ ਵਾਲਿਆਂ ਨੂੰ ਐਡਾ ਵੱਡਾ ਬੰਦਾ ਨਹੀਂ ਦਿਖਿਆ। ਆਖੇ ਅੰਦਰ ਜਾ ਕੇ ਦਰਵਾਜ਼ਾ ਬੰਦ ਨਹੀਂ ਕੀਤਾ। ਪਹਿਲਾਂ ਤਾਂ ਉਸਨੇ ਸੋਚਿਆ ਕਿ ਉਹ ਦਰਵਾਜ਼ਾ ਖੁਲਵਾ ਕੇ ਕਹੇ ਕਿ ਕਵਲ ਅੰਦਰ ਨਹੀਂ ਹਨ। ਫਿਰ ਉਸਨੇ ਸੋਚਿਆ ਕਿ ਇੱਦਾਂ ਕਰਨਾ ਸਹੀ ਨਹੀਂ ਹੈ। ਪਤਾ ਨਹੀਂ ਘਰ ਦੇ ਬਜ਼ੁਰਗ ਕੀ ਗੱਲਾਂ ਕਰਨਗੇ ਕਿ ਉਸ ਨੂੰ ਪਹਿਲੀ ਰਾਤ ਦਾ ਜ਼ਿਆਦਾ ਹੀ ਚਾਅ ਲੱਗਦਾ ਹੈ। ਉਹ ਇਹ ਸੋਚ ਕੇ ਬੈੱਡ ਤੇ ਬੈਠ ਗਈ। ਫਿਰ ਉਸਨੂੰ ਥਕਾਵਟ ਜਿਹੀ ਮਹਿਸੂਸ ਹੋਈ ਤਾਂ ਉਹ ਲੇਟ ਗਈ। ਜਦੋਂ ਉਹ ਲੇਟੀ ਤਾਂ ਉਸਦੀ ਅੱਖ ਲੱਗ ਗਈ। ਪੂਰੇ ਦਿਨ ਦੀ ਥੱਕੀ ਹੋਈ ਅੱਖ ਲੱਗਣੀ ਵੀ ਲਾਜ਼ਮੀ ਸੀ। ਉਹ ਆਪਣੇ ਮਨ ਦੀਆਂ ਸਦਰਾਂ ਨੂੰ ਸੁਪਨਿਆਂ ਰਾਹੀਂ ਦੇਖਣ ਲੱਗੀ। ਉਹ ਸੋ ਰਹੀ ਸੀ ਕਿ ਕਵਲ ਹੱਥ ਵਿੱਚ ਕਿਰਪਾਨ ਲੈ ਕੇ ਹਲਕੀ ਰੋਸ਼ਨੀ ਵਿੱਚੋਂ ਉਸ ਵੱਲ ਹੱਸਦਾ ਹੋਇਆ ਆ ਰਿਹਾ ਹੈ। ਉਸਦੀਆਂ ਅੱਖਾਂ ਸ਼ਰਮ ਨਾਲ ਥੱਲੇ ਹੋ ਗਈਆਂ। ਫਿਰ ਕਵਲ ਉਸਦੇ ਕੋਲ ਆ ਕੇ ਬੈਠ ਜਾਂਦਾ ਹੈ।
ਉਸਦੀ ਠੋਡੀ ਨੂੰ ਆਪਣੇ ਹੱਥ ਨਾਲ ਹਲਕਾ ਜਿਹਾ ਉੱਪਰ ਕਰਕੇ, ਨਾ ਕਹਿਰ ਗੁਜ਼ਾਰ ਮੇਰੇ ਦਿਲ ਤੇ, ਚੰਨ ਵੀ ਨਾਰਾਜ਼ ਮੇਰੇ ਤੋਂ ਸੋਹਣੀ ਕਿੱਥੋਂ ਲੈ ਆਇਆ। ਸ਼ੱਬੋ ਸ਼ਰਮਾ ਕੇ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਹੈ। ਕੰਵਲ ਹੌਲੀ ਹੌਲੀ ਉਸਦਾ ਘੁੰਡ ਉੱਪਰ ਚੁੱਕਦਾ ਹੈ। ਹਰ ਇੱਕ ਪਲ ਨੂੰ ਆਪਣੇ ਸ਼ਾਇਰ ਵਿੱਚੋਂ ਪਰੋ ਕੇ ਉਹ ਉਸਦੇ ਹੁਸਨ ਦੀ ਤਾਰੀਫ ਕਰਦਾ ਹੈ। ਬੁੱਲ ਗੁਲਾਬ, ਗੱਲਾਂ ਸੇਬ ਕਸ਼ਮੀਰੀ, ਮੇਰੀ ਨਜ਼ਰ ਨਾ ਹਟੇ ਗਲ 'ਚ ਜੰਜੀਰੀ, ਤੇਰੇ ਫੁੱਲਾਂ ਵਰਗੇ ਹੁਸਨ ਜੰਮ ਪੀ ਜਾਵਾਂ, ਸਾਰੀ ਜ਼ਿੰਦਗੀ ਇੱਕੋ ਰਾਤ ਜੀ ਜਾਵਾਂ। ਉਸਦੀ ਸ਼ਾਇਰੀ ਸ਼ੱਬੋ ਨੂੰ ਪਾਗਲ ਕਰ ਰਹੀ ਸੀ। ਉਹ ਉਸਦੀ ਆਵਾਜ਼ ਵਿੱਚ ਕੀਲੀ ਜਾ ਰਹੀ ਸੀ। ਉਸਦੀਆਂ ਅੱਖਾਂ ਵਿੱਚ ਅਲੱਗ ਹੀ ਜਾਦੂ ਸੀ। ਜਦੋਂ ਇੱਕ ਵਾਰ ਸ਼ੱਬੋ ਨੇ ਉਸਦੀਆਂ ਅੱਖਾਂ ਵੱਲ ਤੱਕਿਆ ਤਾਂ ਉਹ ਦੁਬਾਰਾ ਨਜ਼ਰ ਹਟਾ ਹੀ ਨਾ ਪਾਈ। ਹੁਣ ਉਹ ਆਪਣੇ ਪਿਆਰ ਦਾ ਹੱਕ ਜਤਾਉਂਦਾ ਹੋਇਆ ਉਸਦੇ ਇੱਕ ਇੱਕ ਅੰਗ ਨੂੰ ਛੂ ਰਿਹਾ ਸੀ। ਸ਼ੱਬੋ ਦਾ ਗੁੱਸਾ ਤਾਂ ਇੰਚ ਗਿਆ ਜਿਵੇਂ ਗਰਮੀ ਵਿੱਚ ਬਰਫ਼ ਪਾਣੀ ਬਣ ਜਾਂਦੀ ਹੈ। ਉਸਨੂੰ ਜਠਾਣੀ ਦੀਆਂ ਕਈਆਂ ਗੱਲਾਂ ਯਾਦ ਆਉਣ ਲੱਗੀਆਂ। ਉਸਨੇ ਉੱਦਾਂ ਹੀ ਦੁੱਧ ਵਾਸਤੇ ਪੁੱਛਿਆ। ਜਦੋਂ ਕੰਵਲ ਨੇ ਹਾਂ ਕਹੀ ਤਾਂ ਇੱਕ ਗਿਲਾਸ ਵਿੱਚ ਦੁੱਧ ਪਾ ਕੇ ਕੰਵਲ ਨੂੰ ਦਿੱਤਾ। ਕੰਵਲ ਨੇ ਆਪਣੇ ਹੱਥਾਂ ਨਾਲ ਦੁੱਧ ਦਾ ਗਿਲਾਸ ਸ਼ੱਬੋ ਦੇ ਮੂੰਹ ਨੂੰ ਲਗਾ ਦਿੱਤਾ। ਸ਼ੱਬੋ ਨੇ ਇੱਕ ਘੁੱਟ ਭਰਿਆ, ਫਿਰ ਕੰਵਲ ਦੇ ਮੂੰਹ ਨੂੰ ਵੱਲ ਕੀਤਾ। ਇਹ ਸਿਲਸਿਲਾ ਉਦੋਂ ਤੱਕ ਚੱਲਦਾ ਰਿਹਾ ਜਦੋਂ ਦੁੱਧ ਖਤਮ ਨਹੀਂ ਹੋ ਗਿਆ। ਉਹ ਹੌਲੀ ਹੌਲੀ ਆਪਣੇ ਪਿਆਰ ਦੀਆਂ ਗਹਿਰਾਈਆਂ ਵਿੱਚ ਜਾਂਦੇ ਰਹੇ। ਉਸਨੇ ਕੰਵਲ ਨੂੰ ਆਪਣਾ ਸਭ ਕੁਝ ਸੌਂਪ ਦਿੱਤਾ ਸੀ। ਕੰਵਲ ਨੇ ਆਪਣੀ ਛੂਹ ਨਾਲ ਪਾਗਲ ਕਰ ਦਿੱਤਾ ਸੀ। ਹੁਣ ਲੋੜ ਸੀ ਤਾਂ ਉਸ ਤੂਫਾਨ ਨੂੰ ਸ਼ਾਂਤ ਕਰਨ ਦੀ ਜੋ ਸ਼ੱਬੋ ਅਤੇ ਕੰਵਲ ਦੇ ਅੰਦਰ ਸੀ। ਉਹ ਦੋਵੇਂ ਪਿਆਰ ਵਿੱਚ ਮਸਤ ਨੂੰ ਦਰਵਾਜ਼ਾ ਖੜਕਣ ਦੀ ਆਵਾਜ਼ ਸੁਣਾਈ ਦਿੱਤੀ, ਜਿਵੇਂ ਕੋਈ ਉਸਦਾ ਕੁੰਡਾ ਖੋਲ ਰਿਹਾ ਹੋਵੇ। ਕੁੰਡਾ ਖੁੱਲ ਕੇ ਧੱਕਾ ਲੱਗਣਾ ਲੱਗਿਆ, ਪਰ ਦਰਵਾਜ਼ਾ ਖੁੱਲ੍ਹ ਨਹੀਂ ਰਿਹਾ ਸੀ। ਸ਼ੱਬੋ ਤੇ ਕੰਵਲ ਨੂੰ ਕੋਈ ਪਰਵਾਹ ਨਹੀਂ ਸੀ। ਸ਼ੱਬੋ ਆਪਣੇ ਪਿਆਰ ਦਾ ਲੁਫ਼ਤ ਉਠਾ ਰਹੀ ਸੀ। ਜਦੋਂ ਆਖਰੀ ਸਮਾਂ ਆਇਆ ਤਾਂ ਸ਼ੱਬੋ ਤ੍ਰਿਪਕ ਕੇ ਉੱਠੀ। ਉਸਦੇ ਕੰਨਾਂ ਵਿੱਚ ਜ਼ੋਰ-ਜ਼ੋਰ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਕੋਈ ਕਹਿ ਰਿਹਾ ਸੀ, ਦਰਵਾਜ਼ਾ ਤੋੜ ਦੋ। ਕੋਈ ਰੋ ਰਿਹਾ ਸੀ। ਸ਼ੱਬੋ ਉੱਠ ਕੇ ਬੈਠ ਗਈ। ਉਸਨੇ ਆਪਣੇ ਆਪ ਨੂੰ ਦੇਖਿਆ ਤਾਂ ਉਹ ਬਿਖਰੀ ਜਿਹੀ ਸੀ। ਉਹਦੇ ਕੱਪੜੇ ਵੀ ਸਹੀ ਨਹੀਂ ਸੀ। ਉਹਨੇ ਉੱਠ ਕੇ ਆਪਣੇ ਆਪ ਨੂੰ ਸਹੀ ਕੀਤਾ। ਫੁੱਲਾਂ ਵਾਲੀ ਸੇਜ ਵੀ ਖਰਾਬ ਹੋ ਗਈ ਸੀ। ਉਸਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਹੋਇਆ ਕੀ ਹੈ। ਦਰਵਾਜ਼ਾ ਅੰਦਰੋਂ ਬੰਦ ਸੀ। ਕਿਸਨੇ ਕੀਤਾ ਇਹ ਵੀ ਨਹੀਂ ਪਤਾ। ਉਸਨੇ ਜਲਦੀ ਨਾਲ ਉੱਠ ਕੇ ਦਰਵਾਜ਼ਾ ਖੋਲ੍ਹਿਆ। ਦਰਵਾਜ਼ਾ ਖੁੱਲ੍ਹਦੇ ਹੀ ਸਭ ਅੰਦਰ ਆ ਗਏ। ਸਭ ਨੇ ਇੱਧਰ ਉੱਧਰ ਕੁਝ ਲੱਭਣਾ ਸ਼ੁਰੂ ਕਰ ਦਿੱਤਾ। ਘਰ ਦੀਆਂ ਸਾਰੀਆਂ ਔਰਤਾਂ ਰੋ ਰਹੀਆਂ ਸੀ। ਸ਼ੱਬੋ ਨੂੰ ਕੁਝ ਸਮਝ ਨਹੀਂ ਆ ਰਹੀ ਸੀ। ਉਹ ਥੱਕੀ ਹੋਈ ਲੱਗ ਰਹੀ ਸੀ। ਦਰਦ ਵੀ ਹੋ ਰਿਹਾ ਸੀ ਤੇ ਚੱਕਰ ਵੀ ਆ ਰਹੇ ਸੀ। ਸ਼ੱਬੋ ਅੰਦਰ ਆਈ ਤਾਂ ਦੁੱਧ ਉਵੇਂ ਦਾ ਉਵੇਂ ਹੀ ਪਿਆ ਸੀ। ਫੁੱਲਾਂ ਵਾਲੀ ਸੇਜ ਵੀ ਸਹੀ ਹੋ ਗਈ ਸੀ। ਸਾਰਾ ਕਮਰਾ ਪਹਿਲੀ ਤਰ੍ਹਾਂ ਜਿਵੇਂ ਰਾਤ ਸੀ। ਹੁਣ ਸ਼ੱਬੋ ਨੂੰ ਚੱਕਰ ਆ ਗਏ ਤੇ ਉਹ ਬੇਹੋਸ਼ ਹੋ ਕੇ ਥੱਲੇ ਡਿੱਗ ਗਈ। ਜਦੋਂ ਸ਼ੱਬੋ ਨੂੰ ਹੋਸ਼ ਆਇਆ ਤਾਂ ਉਹ ਇੱਕ ਹਸਪਤਾਲ ਵਿੱਚ ਸੀ। ਉਸਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿਵੇਂ ਇੱਕ ਫੁੱਲਾਂ ਦੀ ਸੇਜ ਤੋਂ ਹਸਪਤਾਲ ਦੇ ਬੈੱਡ ਤੇ ਆ ਗਈ। ਉਸਨੇ ਦਿਮਾਗ ਤੇ ਜ਼ੋਰ ਪਾਇਆ ਪਰ ਕੁਝ ਵੀ ਯਾਦ ਨਹੀਂ ਸੀ ਉਸਨੂੰ। ਉਸਦਾ ਪਰਿਵਾਰ ਬਾਹਰ ਬੈਠਾ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਸ਼ੱਬੋ ਨੂੰ ਹੋਸ਼ ਆਏ। ਸਭ ਤੋਂ ਪਹਿਲਾਂ ਉਸਦੀ ਜਠਾਣੀ ਅੰਦਰ ਆਈ। ਕਸ਼ਕ, ਕਿਵੇਂ ਆ ਸ਼ੱਬੋ? ਸ਼ੱਬੋ, ਠੀਕ ਆ, ਪਰ ਮੈਂ ਇੱਥੇ ਕਿਵੇਂ? ਤੈਨੂੰ ਯਾਦ ਨਹੀਂ ਕੱਲ ਤੂੰ ਬਿਮਾਰ ਹੋ ਗਈ ਸੀ, ਤਾਂ ਕਰਕੇ ਕੱਲ ਸ਼ਾਮ ਦੀ ਤੂੰ ਇੱਥੇ ਹੀ ਹੈ। ਪਰ ਮੇਰੀ ਤਾਂ ਸੁਹਾਗ ਰਾਤ ਸੀ, ਮੈਂ ਤਾਂ ਇੰਤਜ਼ਾਰ ਕਰ ਰਹੀ ਸੀ। ਹਾਂ ਉਹ ਤਾਂ ਹੈ, ਪਰ ਤੈਨੂੰ ਚੱਕਰ ਆ ਗਏ ਸੀ ਤਾਂ ਕਰਕੇ ਅਸੀਂ ਤੈਨੂੰ ਇੱਥੇ ਲੈ ਆਏ ਸੀ। ਕੰਵਲ ਜੀ ਕਿੱਥੇ ਹਨ? ਉਹ ਠੀਕ ਨੇ। ਉਹ ਠੀਕ ਆ, ਪਰ ਵਿਆਹ ਦੇ ਪਹਿਲੇ ਦਿਨ ਏਦਾਂ ਬਿਮਾਰ ਹੋਵੇਂਗੀ ਤਾਂ ਉਹ ਥੋੜਾ ਨਾਰਾਜ਼ ਤਾਂ ਹੋਵੇਗਾ ਹੀ। ਪਰ ਨਾਰਾਜ਼ ਮੇਰੇ ਤੋਂ ਕਿਉਂ? ਮੈਂ ਤਾਂ ਕੁਝ ਕਿਹਾ ਵੀ ਨਹੀਂ। ਤੇਰੇ ਤੋਂ ਨਾਰਾਜ਼ ਨਹੀਂ ਹੈ, ਬਾਕੀ ਤੂੰ ਠੀਕ ਹੈ। ਹਾਂ ਠੀਕ ਆ, ਪਰ ਸਰੀਰ ਟੁੱਟ ਰਿਹਾ ਹੈ। ਇੰਜ ਲੱਗਦਾ ਹੈ ਕਿ ਰਾਤ ਮੈਂ ਸਾਰੀ ਰਾਤ ਕੋਈ ਸਖਤ ਕੰਮ ਕੀਤਾ ਹੋਵੇ। ਮੇਰੇ ਹੱਥਾਂ ਪੈਰਾਂ ਵਿੱਚ ਵੀ ਦਰਦ ਹੋ ਰਿਹਾ ਸੀ। ਕਸ਼ਕ, ਕੋਈ ਨਾ, ਸਭ ਠੀਕ ਹੋ ਜਾਵੇਗਾ। ਭਾਬੀ, ਮੇਰਾ ਸਰੀਰ ਜਕੜਿਆ ਜਿਹਾ ਲੱਗਦਾ ਹੈ, ਤੁਹਾਨੂੰ ਕਿਵੇਂ ਦੱਸਾਂ, ਮੈਂ ਉੱਥੇ ਵੀ। ਇਹ ਕਹਿ ਕੇ ਸ਼ੱਬੋ ਚੁੱਪ ਹੋ ਗਈ। ਕਸ਼ਕ, ਕੋਈ ਨਾ, ਕਿਹਾ ਨਾ, ਸਭ ਠੀਕ ਹੋ ਜਾਵੇਗਾ। ਸ਼ੱਬੋ, ਕੰਵਲ ਨੂੰ ਦੇਖਣ ਨੂੰ ਦਿਲ ਕਰਦਾ ਹੈ, ਉਹਨੂੰ ਬੁਲਾ ਦਿਓ। ਕਸ਼ਕ, ਉਹ ਬਾਹਰ ਗਿਆ ਕੰਮ ਤੇ, ਜਦੋਂ ਆਇਆ ਤਾਂ ਭੇਜ ਦਿਆਂਗੀ। ਉਹ ਦੋਵੇਂ ਗੱਲ ਕਰ ਰਹੀਆਂ ਸੀ ਕਿ ਸ਼ੱਬੋ ਦੀ ਨਨਾਣ ਪ੍ਰੀਤੀ ਆਈ ਅਤੇ ਆ ਕੇ ਸ਼ੱਬੋ ਦੇ ਗਲ ਲੱਗ ਕੇ ਰੋਣ ਲੱਗੀ। ਪ੍ਰੀਤੀ ਨੂੰ ਰੋਂਦੇ ਹੋਏ ਦੇਖ ਕੇ ਸ਼ੱਬੋ ਦੇ ਹੰਝੂ ਤਾਂ ਨਿਕਲਣੇ ਬਣਦੇ ਹੀ ਸੀ। ਖੈਰ, ਸ਼ਾਮ ਤੱਕ ਡਾਕਟਰ ਨੇ ਘਰ ਲੈ ਕੇ ਜਾਣ ਲਈ ਕਿਹਾ। ਸਾਰੇ ਪਰਿਵਾਰ ਦੇ ਚਿਹਰੇ ਉਦਾਸੀ ਛਾਈ ਹੋਈ ਸੀ। ਸ਼ੱਬੋ ਨੂੰ ਕੰਵਲ ਬਾਰੇ ਪੁੱਛਦੇ ਪੂਰਾ ਦਿਨ ਹੋ ਗਿਆ ਸੀ, ਪਰ ਉਹ ਹਜੇ ਨਹੀਂ ਆਇਆ।
ਉਸਨੇ ਆਪਣਾ ਦਿਮਾਗ ਤੇ ਜ਼ੋਰ ਪਾਇਆ ਕਿ ਰਾਤ ਨੂੰ ਕੀ ਹੋਇਆ ਸੀ। ਉਸਨੂੰ ਆਪਣੇ ਪਿਆਰ ਦਾ ਅਹਿਸਾਸ ਤਾਂ ਹੋਇਆ, ਪਰ ਉਸ ਵਿੱਚ ਕਵਲ ਦੇ ਸਾਹਾਂ ਦੀ ਮਹਿਕ ਨਹੀਂ ਸੀ। ਉਸਨੂੰ ਇੱਕ ਅਜੀਬ ਜਿਹੀ ਬੇਚੈਨੀ ਰਹਿਣ ਲੱਗੀ। ਘਰ ਵਾਲੇ ਉਸਦੇ ਕੋਲ ਰਹਿੰਦੇ ਸੀ। ਕਈ ਦਿਨ ਬੀਤ ਗਏ ਪਰ ਕਵਲ ਘਰ ਨਹੀਂ ਆਇਆ। ਸ਼ੱਬੋ ਸਭ ਨੂੰ ਪੁੱਛਦੀ ਪਰ ਸਭ ਟਾਲ ਦਿੰਦੇ। ਕਿਵੇਂ ਨਾ ਕਿਵੇਂ ਸ਼ੱਬੋ ਨੂੰ ਉਸਦੇ ਘਰ ਦੇ ਲੈਣ ਆਏ। ਕਵਲ ਦੇ ਘਰ ਵਾਲਿਆਂ ਨੂੰ ਵੀ ਉਦਾਸ ਦੇਖ ਕੇ ਉਹਨਾਂ ਨੇ ਕਾਰਨ ਪੁੱਛਣਾ ਚਾਹਿਆ, ਪਰ ਕਿਸੇ ਨੇ ਨਾ ਦੱਸਿਆ। ਬਸ ਸ਼ੱਬੋ ਦੀ ਤਬੀਅਤ ਦਾ ਬਹਾਨਾ ਲਗਾ ਲਿਆ। ਖੈਰ, ਸ਼ੱਬੋ ਨੂੰ ਹੁਣ ਘਰ ਲੈ ਆਏ। ਇੱਕ ਦਿਨ ਕਰਦੇ ਹੋਏ ਮਹੀਨਾ ਬੀਤ ਗਿਆ, ਪਰ ਕਵਲ ਦਾ ਕੁਝ ਪਤਾ ਹੀ ਨਹੀਂ ਸੀ। ਉਸਨੂੰ ਕੋਈ ਸ਼ੱਕ ਹੋਇਆ ਕਿ ਕਵਲ ਦੇ ਘਰ ਵਾਲੇ ਕੁਝ ਛੁਪਾ ਰਹੇ ਹਨ। ਸ਼ੱਬੋ ਨੇ ਆਪਣੀ ਸਹੇਲੀ ਨਾਲ ਸਾਰੀ ਗੱਲਬਾਤ ਸਾਂਝੀ ਕੀਤੀ। ਉਸਨੇ ਕਿਸੇ ਤਾਂਤਰਿਕ ਕੋਲ ਜਾਣ ਦੀ ਸਲਾਹ ਦਿੱਤੀ। 2 ਮਹੀਨੇ ਬੀਤਣ ਤੇ ਸੀ ਸ਼ੱਬੋ ਨੂੰ ਮਹੀਨੇ ਵਾਲੀ ਮਾਹਵਾਰੀ ਨਹੀਂ ਆਈ। ਉਸਨੇ ਇਹ ਵੀ ਆਪਣੀ ਸਹੇਲੀ ਨੂੰ ਦੱਸਿਆ ਕਿ ਜਦੋਂ ਕਵਲ ਨਾਲ ਕੋਈ ਸਰੀਰਕ ਸੰਬੰਧ ਹੀ ਨਹੀਂ ਬਣਾਇਆ ਤਾਂ ਇਹ ਕਿਵੇਂ ਹੋ ਸਕਦਾ ਹੈ। ਉਸਦਾ ਗਰਭਵਤੀ ਮਹਿਲਾਵਾਂ ਵਾਂਗ ਖੱਟਾ ਖਾਣ ਨੂੰ ਦਿਲ ਕਰਦਾ। ਉਸਨੂੰ ਅਕਸਰ ਘਬਰਾਹਟ ਹੁੰਦੀ ਰਹਿੰਦੀ ਸੀ। ਉਸਨੂੰ ਇੰਨੀ ਗਰਮੀ ਲੱਗਦੀ ਸੀ ਕਿ ਹੱਦ ਤੋਂ ਵੱਧ। ਕਵਲ ਦੇ ਘਰ ਵਾਲੇ ਵੀ ਲੈਣ ਨਹੀਂ ਆਏ। ਇੱਕ ਦਿਨ ਉਹਨਾਂ ਨੇ ਸੁਨੇਹਾ ਭੇਜਿਆ ਕਿ 4 ਦਿਨਾਂ ਨੂੰ ਲੈਣ ਆਉਣਗੇ। ਸ਼ੱਬੋ ਨੇ ਆਪਣੀ ਸਹੇਲੀ ਨੂੰ ਤਾਂਤਰਿਕ ਕੋਲ ਜਾਣ ਲਈ ਤਿਆਰ ਕਰ ਲਿਆ। ਖੈਰ, ਉਹ ਦੋਵੇਂ ਇੱਕ ਪਹੁੰਚੇ ਹੋਏ ਤਾਂਤਰਿਕ ਕੋਲ ਗਈਆਂ। ਸ਼ਹਿਰ ਤੋਂ ਬਾਹਰ ਇੱਕ ਜੰਗਲ ਵਿੱਚ ਉਸਨੇ ਆਪਣਾ ਡੇਰਾ ਬਣਾ ਰੱਖਿਆ ਸੀ। ਜੰਗਲ ਵਿੱਚ ਵੜਦਿਆਂ ਹੀ ਉਸਦਾ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇੱਕ ਪੱਗ ਡੰਡੀ ਬਣੀ ਸੀ ਜਿਸ ਦੇ ਦੋਵੇਂ ਪਾਸੇ ਕਈ ਰੰਗਾਂ ਦੇ ਝੰਡੇ ਲੱਗੇ ਹੋਏ ਸੀ। ਕਾਫੀ ਸੰਗਤ ਆਉਂਦੀ ਸੀ। ਲੋਕਾਂ ਨੂੰ ਵਹਿਮ ਭਰਮ ਵਿੱਚ ਨਿਕਲਣ ਕਿੱਥੇ ਦਿੰਦੇ ਆ। ਖੈਰ, ਉਹ ਦੋਵੇਂ ਡੇਰੇ ਵਿੱਚ ਪਹੁੰਚੀਆਂ ਹਨ। ਡਰਾਵਨੇ ਮਖੌਟੇ, ਧੂਆਂ ਹੀ ਧੂਆਂ। ਇੱਕ ਵਾਰ ਤਾਂ ਸ਼ੱਬੋ ਦਾ ਸਾਹ ਔਖਾ ਹੋਣ ਲੱਗਿਆ। ਫਿਰ ਜਿਵੇਂ ਜਿਵੇਂ ਸਮਾਂ ਬੀਤਿਆ ਉਸਨੂੰ ਠੀਕ ਲੱਗਣ ਲੱਗਿਆ। ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਉਸਦੀ ਵਾਰੀ ਆਈ। ਬਾਬੇ ਨੇ ਅੱਖਾਂ ਬੰਦ ਕੀਤੀਆਂ। ਪਤਾ ਨਹੀਂ ਉਸਨੂੰ ਕੀ ਦਿਖਿਆ। ਉਹ ਉੱਚੀ ਉੱਚੀ ਚਿਲਾਉਣ ਲੱਗਿਆ, ਲੈ ਜਾਓ ਇਹਨੂੰ, ਇੱਥੋਂ ਸਭ ਤਬਾਹ ਕਰ ਦੇਵੇਗੀ। ਇਹ ਇਸਦੀ ਕੁੱਖ ਵਿੱਚ ਸ਼ੈਤਾਨ ਦਾ ਬੱਚਾ ਪਲ ਰਿਹਾ ਹੈ। ਬਾਬੇ ਦੀਆਂ ਅੱਖਾਂ ਅਤੇ ਕੰਨਾਂ ਵਿੱਚੋਂ ਖੂਨ ਆਉਣ ਲੱਗਿਆ। ਜੇਕਰ ਬਾਬੇ ਦੇ ਸੇਵਾਦਾਰ ਸ਼ੱਬੋ ਨੂੰ ਡੇਰੇ ਵਿੱਚੋਂ ਬਾਹਰ ਨਾ ਕੱਢਦੇ ਤਾਂ ਸ਼ਾਇਦ ਬਾਬੇ ਦੀ ਜਾਨ ਵੀ ਚਲੀ ਜਾਂਦੀ। ਸ਼ੱਬੋ ਨੇ ਕਦੇ ਭੂਤ ਪ੍ਰੇਤ ਤੇ ਵਿਸ਼ਵਾਸ ਨਹੀਂ ਸੀ ਕੀਤਾ ਤੇ ਨਾ ਪਖੰਡਬਾਜ਼ ਤੇ। ਫਿਰ ਉਹ ਉਸ ਤਾਂਤਰਿਕ ਦੀਆਂ ਗੱਲਾਂ ਸੁਣ ਕੇ ਉਸ ਨੂੰ ਡਰ ਲੱਗਣ ਲੱਗਿਆ, ਕਿਉਂਕਿ ਕੁਝ ਹਾਲਾਤ ਵੀ ਇਦਾਂ ਦੇ ਹੋ ਗਏ ਸੀ। ਉਸ ਦੀਆਂ ਗੱਲਾਂ ਤਾਂ ਵਿਸ਼ਵਾਸ ਕਰਨਾ ਬਣਦਾ ਹੀ ਸੀ। ਦੋਸਤੋ, ਸ਼ੱਬੋ ਨਾਲ ਕੀ ਬਣਿਆ, ਸ਼ੱਬੋ ਨਾਲ ਕੀ ਹੋਇਆ ਸੀ ਤੇ ਸ਼ੱਬੋ ਦੀ ਸੁਹਾਗਰਾਤ ਕਦੇ ਪੂਰੀ ਹੋਵੇਗੀ? ਇਹ ਕਹਾਣੀ ਦੇਖਣ ਲਈ ਕਹਾਣੀ ਦਾ ਅਗਲਾ ਪਾਰਟ ਸੁਹਾਗਰਾਤ 2 ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।